ਸਰਵ ਧਰਮਾਂ ਦੇ ਸਾਈਆਂ ਮਾਤੇ ਇਹ ਇਹਨਾਂ ਦਾ ਭੇਦ ਧਿਆਨ ਨਾਲ ਪਾਈਏ। ਮਾਤੇ ਕਿਆ ਇਹਨਾਂ ਦਾ ਭੇਦ ਧਿਆਨ ਨਾਲ ਪਾਈਏ। ਇਹ ਸ਼ੁਕਰ ਰਾਜ ਆਦਿ ਨਾਲ ਬਣੀ ਦੇਹ ਨੂੰ, ਸ਼ੁਕਰ ਆ ਰਜ ਆਦਿ ਨਾਲ ਬਣੀ ਦੇਹ ਨੂੰ ਦੂਜੇ ਨੰਬਰ ਤੇ ਜੇਰਜ ਸਮਝਣਾ ਚਾਹੀਏ। ਸ਼ੁਕਰ ਤੇ ਰਜ ਨਾਲ ਬਣੀ ਦੇਹ ਨੂੰ ਦੂਜੇ ਨੰਬਰ ਤੇ ਜੇਰਜ ਸਮਝਣਾ ਚਾਹੀਏ। ਦੂਜੇ ਨੰਬਰ ਤੇ ਜੇਰਜ ਆਂਦਾ ਅੰਦਰ ਜੇਰਜ ਜੇਰ ਵਿੱਚ ਪੈਦਾ ਹੋਣ ਵਾਲੇ ਸ਼ੁਕਰ ਔਰ ਰਜ ਤੋਂ ਜੀ ਪੈਦਾ ਹੁੰਦੇ ਹਨ। ਅੱਗੇ ਜੇਰਜ ਨੂੰ ਵੀ ਪੁਰਸ਼ ਇਸਤਰੀ ਨਿਪੁੰਸਕ ਤਿੰਨ ਪ੍ਰਕਾਰ ਦਾ ਜਾਣਨਾ ਚਾਹੀਏ। ਇੱਕ ਤਾਂ ਇਸਤਰੀ ਹੁੰਦੀ ਹੈ, ਇੱਕ ਪੁਰਸ਼ ਹੁੰਦਾ ਹੈ ਤੇ ਇੱਕ ਨਿਪੁੰਸਕ ਹੁੰਦੇ ਹੈ। ਜੋ ਨਾ ਇਸਤਰੀ ਹੁੰਦੇ ਆ ਨਾ ਪੁਰਸ਼ ਹੁੰਦੇ ਹਨ। ਤਿੰਨ ਪ੍ਰਕਾਰ ਦਾ ਜਾਣਨਾ ਚਾਹੀਏ। तो ਇਹਦਾ ਕਲੀਅਰ ਕਰ ਰਹੀ ਹੈ ਮਾਤੇ ਕਿ ਧਰਵਤਰਾਜ ਸ਼ੁਕਰ ਦੀ ਅਧਿਕਤਾ ਨਾਲ ਪੁਰਸ਼, ਧਰਵਤਰਾਜ ਸ਼ੁਕਰ ਦੀ ਅਧਿਕਤਾ ਨਾਲ ਪੁਰਸ਼ ਪੈਦਾ ਹੁੰਦਾ ਹੈ, ਰਜਕਤਾ ਨਾਲ ਇਸਤਰੀ, ਰਜਕਤਾ ਨਾਲ ਇਸਤਰੀ ਤੇ ਜੇ ਦੋਨੋਂ ਗੁਣ ਦੋਨਾਂ ਤੋਂ ਨਪੁੰਸਕ ਪਾਈਏ। ਇਹ ਅੱਗੇ ਜੇਰਜ ਨੂੰ ਵੀ ਪੁਰਸ਼ ਇਸਤਰੀ ਨਪੁੰਸਕ ਤਿੰਨ ਪ੍ਰਕਾਰ ਦਾ ਜਾਣਨਾ ਚਾਹੀਏ। ਧਰਵਤਰਾਜ ਸ਼ੁਕਰ ਦੀ ਅਧਿਕਤਾ ਨਾਲ ਪੁਰਸ਼, ਰਜਕਤਾ ਨਾਲ ਇਸਤਰੀ ਦੋਨਾਂ ਤੋਂ ਨਪੁੰਸਕ ਪਾਈਏ। ਇਹ ਆਪਣੇ ਕਰਮ ਦੇ ਵਸੀਭੂਤ ਹੋ ਕੇ ਪ੍ਰithvi ਤਲ ਤੇ ਗਿਰਨ ਤੋਂ ਪਹਿਲਾਂ ਬਨਸਪਤੀ ਵਿੱਚ ਪਹੁੰਚਦਾ ਹੈ। ਇੱਥੇ ਰਹਿ ਕੇ ਕਰਮ ਭੋਗਦਾ ਹੈ। ਜੀਵਾਂ ਦੁਆਰਾ ਇਸ ਦਾ ਭੋਗ ਸਭ ਨੂੰ ਸੰਜੋਗਦਾ ਹੈ। ਬਨਸਪਤੀ ਕਿੰਨੀ ਅਥਾਈ ਉਤਪਤ ਹੋ ਜਾਂਦੀ ਹੈ, ਨਾਲ ਹੀ ਖਤਮ ਹੋ ਜਾਂਦੀ। ਜਾਦੇ ਜੀਵ ਆਤਮਾ ਇਸ ਆਪਣੇ ਕਰਮ ਦੇ ਵਸੀਭੂਤ ਹੋ ਕੇ ਪ੍ਰithvi ਤਲ ਤੇ ਗਿਰਨ ਤੋਂ ਪਹਿਲਾਂ, ਪ੍ਰithvi ਤਲ ਤੇ ਜਦ ਗਿਰਦਾ ਹੈ ਬਨਸਪਤੀਆਂ ਵਿੱਚ ਪਹੁੰਚਦਾ ਹੈ। ਇੱਥੇ ਰਹਿ ਕੇ ਕਰਮ ਭੋਗਦਾ ਹੈ। ਕੀ ਕਰਮ ਭੋਗਦਾ ਹੈ? ਬਾਰ-ਬਾਰ ਉੱਠਦਾ ਸੜਦਾ, ਉਪਜਦਾ, ਬਿਨਸਦਾ ਹੈ। ਇੱਥੇ ਰਹਿ ਕੇ ਕਰਮ ਭੋਗਦਾ ਹੈ। ਜੀਵਾਂ ਦੁਆਰਾ ਇਸ ਦਾ ਭੋਗ ਸਭ ਨੂੰ ਸੰਜੋਗਦਾ ਹੈ। ਇਸ ਤੋਂ ਬਾਅਦ ਮਨੁੱਖ ਦੀ ਦੇਹ ਵਿੱਚ ਗ੍ਰਹਿ ਇੰਦਰੀਆਂ ਵਿੱਚ ਪ੍ਰਵੇਸ਼ ਕਰ ਪਾਉਂਦਾ ਹੈ। ਜਦ ਇਸਨੇ ਮਨੁੱਖਾ ਜੀਵਨ ਵਿੱਚ ਵੀ ਆਣਾ ਹੁੰਦਾ ਹੈ ਤੇ ਇਸ ਤੋਂ ਪਹਿਲਾਂ ਇਹਨਾਂ ਬਨਸਪਤੀਆਂ ਵਿੱਚ ਇਹ ਰੂਹ ਆਉਂਦੀ ਹੈ। ਇਸ ਤੋਂ ਬਾਅਦ ਮਨੁੱਖ ਦੀ ਦੇਹ ਵਿੱਚ ਗ੍ਰਹਿ ਇੰਦਰੀਆਂ ਵਿੱਚ ਪ੍ਰਵੇਸ਼ ਕਰ ਪਾਉਂਦਾ ਹੈ। ਇਸ ਤਰ੍ਹਾਂ ਦੇ ਕਾਰਨ ਵਸ ਭੋਗਣ ਵਾਲਾ ਜੀਵ ਵੀ ਵੀਰੇ ਨਾਲ ਭਰ ਜਾਂਦਾ ਹੈ। ਜਦ ਇਹ ਜੀਵ ਆਪਣੀ ਹੋਂਦ ਵਿੱਚ ਆਉਂਦਾ ਹੈ ਤੇ ਇਨਾ ਹੀ ਸਾਰੀਆਂ ਵਸਤੂਆਂ ਦਾ ਭੋਗ ਕਰਨ ਤੋਂ ਬਾਅਦ ਵੀਰੇ ਨਾਲ ਭਰ ਜਾਂਦਾ ਹੈ। ਮਾਂ ਮਤੇ ਫਿਰ ਇਸਤਰੀ ਨਾਲ ਸੰਭੋਗ ਕਰਕੇ ਹੈ ਪਿਤਾ ਜੀ, ਫਿਰ ਇਹ ਇਸਤਰੀ ਨਾਲ ਸੰਭੋਗ ਕਰਕੇ ਵੀਰਜ ਦੇ ਰੂਪ ਬਣ ਗਰਭ ਵਿੱਚ ਪਹੁੰਚ ਜਾਂਦਾ ਹੈ। ਰਾਜਨ ਰਜੋ ਧਰਮ ਦੇ ਚੌਥੇ ਦਿਨ ਇਸਤਰੀ ਰਿਤੂ ਇਸ਼ਨਾਨ ਕਰਕੇ ਫਿਰ ਸੁੱਧ ਹੋ ਪਾਉਂਦਾ ਹੈ। ਇਹ ਅੱਗੇ ਪ੍ਰਕਿਰਿਆ ਮਨੁੱਖਾ ਜੀਵਨ ਦੀ, ਇਹ ਗਰਭ ਧਾਰਨ ਦੀ ਪ੍ਰਕਿਰਿਆ ਅੱਗੇ ਹੁਣ ਚੱਲ ਪਈ ਹੈ। ਇਸ ਗਰਭ ਅਵਸਥਾ ਦੀ ਗਾਥਾ ਨੂੰ ਮਾਤੇ ਹੁਣ ਫਰਮਾ ਰਹੀ ਹੈ, ਦੱਸ ਰਹੀ ਹੈ ਆਪਣੇ ਪਿਤਾ ਸ੍ਰੀ ਨੂੰ। ਮਤੇ ਫਿਰ ਇਸਤਰੀ ਨਾਲ ਸੰਭੋਗ ਕਰਕੇ ਵੀਰੇ ਦੇ ਰੂਪ ਬਣ ਗਰਭ ਵਿੱਚ ਪਹੁੰਚ ਜਾਂਦਾ ਹੈ। ਰਾਜਨ ਰਜੋ ਧਰਮ ਦੇ ਚੌਥੇ ਦਿਨ ਇਸਤਰੀ ਰਿਤੂ ਇਸ਼ਨਾਨ ਕਰਕੇ ਫਿਰ ਸੁੱਧ ਹੋ ਪਾਉਂਦਾ ਹੈ। तो ਅੱਗੇ ਇਸ ਗੱਲ ਦਾ ਇਹ ਜੋ ਪ੍ਰਕਰਨ ਹੁਣ ਵਿਸ਼ਾ ਚੱਲਣ ਲੱਗਾ ਹੈ, ਇਹ ਗਰਭ ਦਾ ਵਿਸ਼ਾ ਚੱਲਣ ਲੱਗਾ ਹੈ, ਗਰਭ ਅਵਸਥਾ ਦਾ ਵਿਸ਼ਾ ਚੱਲਣ ਲੱਗਾ ਹੈ ਤੇ ਇਹ ਸ਼ੁਰੂ ਹੋ ਗਿਆ ਹੈ। ਮਾਤੇ ਨੇ ਇੱਕ ਗੱਲ ਨਿਖਾਰ ਕੇ ਆਪਣੇ ਪਿਤਾ ਮਾਲਿਆ ਰਾਜ ਨੂੰ ਦੱਸੀ ਹੈ। ਇਸ ਦਾਸ ਬੇਨਤੀ ਕਰੇਗਾ ਕਿ ਇਸ ਗੱਲ ਵੱਲ ਸਾਨੂੰ ਜੀਵਾਂ ਨੂੰ ਬਹੁਤ ਧਿਆਨ ਦੇਣਾ ਚਾਹੀਦਾ ਹੈ ਔਰ ਖਾਸ ਕਰਕੇ ਨਾਰੀ ਜਾਤੀ ਨੂੰ ਇਸ ਵੱਲ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਜੋ ਮਾਤੇ ਹੁਣ ਫਰਮਾ ਰਹੀ ਹੈ
की फरमा रही है कि सर्व धर्मां दे साइयां महेश्वरी अगे हिमालय नूं बतला रही है, हिमालय नूं बतला रही है। ये पर्वत श्रेष्ठ, हिमालय पर्वत का राजा सीगा। ये पर्वत श्रेष्ठ संभोग तो लैके 16वें दिन तक नूं ऋतु काल लई समझा रही है। संभोग तो लैके 16वें दिन तक नूं ऋतु काल लई समझा रही है। विषम दिन दे समागम करन ते स्त्री, एक कॉमन दिन हुंदा है, कॉमन दिन ते समागम करन ते स्त्री। सम दिनां विच पुरख दी उत्पत्ति हुंदी है। सम दिनां विच बराबर ते आके सम दिनां विच पुरख दी उत्पत्ति हुंदी है। पिता जी ऋतु स्नान की होई का मारत, पिताजी ऋतु स्नान की होई का मारत। स्त्री जिस दे मुख दा दर्शन कर लेंदी, स्त्री जिस दा भी मुख देखदी है, अजिहा ही शरीर बनना तैयार हो जाता है। इस दे मुख दे मुताबिक सुभाव वाली संतान पैदा होंदी है, दुनिया विच जो जन्म लेंदी है। इसलिए अक्सर कहा जाता है कि स्त्री अपने पति दे मुख नूं तकदी रहिंदी है। अक्सर कहा जाता है, पर माता क्लीयर कर रही है कि एक स्त्री नूं अजिहा ही करना चाहिए। तो महामते उस वीरे स्त्री दे जोन स्थित, इस वीरे स्त्री दे जोन स्थित रज से मिलके एक दिन विच कलल बन जाता है, कलल बन जाता है। कलल बुलबुले का सूक्ष्म रूप है, कलल बन जाता है। यही कलल अत्यंत सूक्ष्म झिल्ली विच, अत्यंत सूक्ष्म जो झिल्ली दिखाई नहीं देती, यही कलल अत्यंत सूक्ष्म झिल्ली विच 5 दिनां विच बुलबुले जिद्दां हो जाता है। जितना बुलबुला है, जिन्ना बुलबुला है उड़ा हो जाता है। इसलिए सूक्ष्म आकार दी जो चमड़े दी झिल्ली हुंदी है, सूक्ष्म आकार दी जो दिखाई नहीं देती चमड़े दी झिल्ली हुंदी है, उसनूं युगयु कहा जाता है, युगयु कहा जाता है। क्योंकि उस विच वीरेज और रज दा योग हुंदा है, उस विच वीरेज और रज दा योग हुंदा है, उस नाल गर्भ उत्पन्न हो जाता है। जोग मतलब जोड़, वीरेज और रज दा जोड़ हुंदा है, उस नाल गर्भ उत्पन्न हो जाता है। तो इसी तरह अगले श्लोक विच सर्व धर्मां दे साइयां अगे आके इसनूं युग जुज किया जाता है, अगे आके इसनूं युग जुज किया जाता है। इस तो बाद 7 रातां विच एक मांसपेशियां विच तब्दील हो जाता है। फिर 7 दिनां विच मांसपेशियां विच तब्दील हो जाता है, मांसपेशी बननी शुरू हो जाती है। फिर एक पक्ष विच ये जो मांसपेशी है, फिर एक पक्ष विच ये जो मांसपेशी है, पक्ष जितना महीने दे खास दा पक्ष, पहला पक्ष तो दूजा पक्ष, 2 पक्ष बन जाती है। एक पक्ष विच ये जो मांसपेशी है उस विच रक्त प्रवाह हो जाता है, उस विच रक्त खून का आना जाना भी शुरू हो जाता है। इस तो बाद 25 रातां विच देह दे जरूरी अंग बनन लग जाता है। 25 दिनों तो बाद जरूरी अंग बनने शुरू हो जाते ने। मां मते 1 महीने विच कंधा, गर्दन, सिर, पिठ ते पेट बन जाते ने, इन्हां दा आकार बन जाता है। दूसरे महीने हाथ और पैर हो जाते हैं, हाथ और पैर भी बन जाते हैं। तीसरे महीने अंगां दी बनावट पाते ने। चौथे महीने विच सब उंगलियां बन जावन, नाल जीव व्याकुल हो जाता है। तब माता दे उदर विच स्थित गर्भ चलने भी लग जाता है। तद माता दे उदर विच यानी गर्भ विच स्थित गर्भ विच
ਚੱਲਣੇ ਵੀ ਲੱਗ ਜਾਂਦਾ ਹੈ। ਪੰਜਵੇਂ ਮਹੀਨੇ ਵਿੱਚ ਨੇਤਰ, ਕਾਨ ਔਰ ਨਾਕ ਦਾ ਨਿਰਮਾਣ ਹੋਣ ਲੱਗ ਜਾਂਦੇ ਨੇ। ਪੰਜਵੇਂ ਮਹੀਨੇ ਵਿੱਚ ਨੇਤਰ, ਕਾਨ, ਨਾਕ ਦਾ ਨਿਰਮਾਣ ਹੋਣ ਲੱਗ ਜਾਂਦੇ ਨੇ। ਮੁੱਖ, ਕਮਰ, ਗੁਦਾ, ਸਿਸਨ ਨਾਲ ਹੀ ਕੰਨਾਂ ਦੇ ਦੋਵੇਂ ਸਿਦਰ ਬਣ ਜਾਂਦੇ ਨੇ। ਮੁੱਖ, ਕਮਰ, ਗੁਦਾ, ਸਿਸਨ ਨਾਲ ਹੀ ਕੰਨਾਂ ਦੇ ਦੋਵੇਂ ਸਿਦਰ ਬਣ ਜਾਂਦੇ ਨੇ। ਸਰਵ ਧਰਮਾਂ ਦੇ ਸਾਈਆਂ ਅੱਗੇ ਮੇਸ਼ਵਰੀ 6ਵੇਂ ਮਹੀਨੇ ਬਾਰੇ ਦੱਸਦੇ ਨੇ। ਇਹ 6ਵੇਂ ਮਹੀਨੇ ਵਿੱਚ ਜੀਵ ਦੀ ਨਾਭੀ ਬਣ ਜਾਂਦੀ ਹੈ। 7ਵੇਂ ਕੇਸ ਰੂਮ ਉੱਗ ਜਾਂਦੇ ਨੇ। 8ਵੇਂ ਮਹੀਨੇ ਗਰਭ ਵਿੱਚ ਸਭ ਆਵਾਈ ਹੈ ਸਪਸ਼ਟ ਅਲੱਗ-ਅਲੱਗ ਬਣ ਜਾਂਦੇ ਨੇ। 8ਵੇਂ ਮਹੀਨੇ ਗਰਭ ਵਿੱਚ ਸਭ ਅਵਯੈ ਸਭ ਕਰਨ ਵਾਲੇ ਪਾਰਟਸ ਬਣ ਜਾਂਦੇ ਨੇ। ਇਸ ਪ੍ਰਕਾਰ ਪਿਤਾ ਜੀ ਜਨਮ ਹੋਣ ਤੋਂ ਪਹਿਲਾਂ ਵਾਲੇ ਸਭ ਕਿਸਮੇ ਨਿਰਮਿਤ ਹੋ ਜਾਂਦੇ ਨੇ। ਜਨਮ ਲੈਣ ਵਾਲੇ ਸਭ ਕਿਸਮੇ ਨਿਰਮਿਤ ਹੋ ਜਾਂਦੇ ਨੇ। 9ਵੇਂ ਮਹੀਨੇ ਵਿੱਚ ਜੀਵ ਪੂਰਨ ਰੂਪ ਨਾਲ ਚੇਤਨਾ ਸ਼ਕਤੀ ਵਿੱਚ ਸਮਾ ਜਾਂਦਾ ਹੈ। ਜੀਵ ਉਦਰ ਵਿੱਚ ਸਥਿਤ ਰਹਿ ਕੇ, ਪੇਟ ਵਿੱਚ ਸਥਿਤ ਰਹਿ ਕੇ ਮਾਤਾ ਦੁਆਰਾ ਕੀਤੇ ਭੋਜਨ ਨਾਲ ਵਾਧਾ ਪਾਉਂਦਾ ਹੈ। ਇੱਥੇ ਆਪਣੇ ਜਨਮ ਮਾਤਰ ਦੇ ਕਰਮ ਅਨੁਸਾਰ ਔਰ ਯਾਤਨਾ ਪ੍ਰਾਪਤ ਕਰ ਲੈਂਦਾ ਹੈ। ਇੱਥੇ ਆਪਣੇ ਜਮਾਂਤਰ ਦੇ ਕਰਮ ਅਨੁਸਾਰ, ਪਿਛਲੇ ਜਨਮਾਂ ਦੇ ਕਰਮਾਂ ਅਨੁਸਾਰ ਔਰ ਯਾਤਨਾ ਪ੍ਰਾਪਤ ਕਰ ਲੈਂਦਾ ਹੈ। ਇਹ ਜੀਵ ਖਿੰਨ ਹੋ ਉੱਠਦਾ ਹੈ, ਭਾਵ ਦੁਖੀ ਹੋ ਉੱਠਦਾ ਹੈ। ਪੂਰਵਲੇ ਕੀਤੇ ਕਰਮਾਂ ਤੇ ਦੁਖੀ ਹੋ ਜਾਂਦਾ ਹੈ। ਪਿਛਲੇ ਕੀਤੇ ਹੋਏ ਕਰਮਾਂ ਦੇ ਉੱਤੇ ਦੁਖੀ ਹੋ ਜਾਂਦਾ ਹੈ। ਮਾਤਾ ਦੇ ਗਰਭ ਵਿੱਚ ਇਸ ਤਰ੍ਹਾਂ ਦਾ ਕਸ਼ਟ ਪ੍ਰਾਪਤ ਕਰਕੇ ਮਾਤਾ ਦੇ ਗਰਭ ਵਿੱਚ ਪੁੱਠਾ ਲਟਕਿਆ ਹੁੰਦਾ ਹੈ। ਤੇ ਮਾਤਾ ਦੇ ਗਰਭ ਵਿੱਚ ਇਸ ਤਰ੍ਹਾਂ ਦਾ ਕਸ਼ਟ ਪ੍ਰਾਪਤ ਕਰਕੇ ਜੀਵ ਜਨਮ ਲੈਂਦਾ ਰਹਿੰਦਾ ਹੈ। ਗਰਭ ਅਵਸਥਾ ਵਿੱਚ ਜੀਵ ਮਨ ਵਿੱਚ ਸੋਚ ਕੇ, ਗਰਭ ਅਵਸਥਾ ਵਿੱਚ ਜਦ ਪੁੱਠਾ ਲਟਕਿਆ ਹੁੰਦਾ ਹੈ, ਗਰਭ ਅਵਸਥਾ ਵਿੱਚ ਜੀਵ ਮਨ ਵਿੱਚ ਸੋਚ ਕੇ ਖੁਦ ਇਹ ਪਰਮੇਸ਼ਰ ਨੂੰ ਕਹਿੰਦਾ ਹੈ, ਮਾਤੇ ਕਿੰਨਾ ਵਧੀਆ ਇਹ ਗਿਆਨ ਹਿਮਾਲਿਆ ਰਾਜ ਨੂੰ ਦੇ ਰਹੀ ਹੈ। ਇਹ ਗਿਆਨ ਦੇਣ ਦਾ ਮਕਸਦ ਇਹ ਸਾਡੇ ਸੰਸਾਰੀ ਜੀਵਾਂ ਦੇ ਲਈ ਗਿਆਨ ਹੈ। ਇਹ ਤਾਂ ਇੱਕ ਜਰੀਆ ਬਣਦਾ ਹੈ। ਜਿਸ ਤਰ੍ਹਾਂ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਅਰਜਨ ਨੂੰ ਭਾਗਵਤ ਸੁਣਾਈ ਔਰ ਧਰਮ ਔਰ ਅਧਰਮ ਦੀ ਗਾਥਾ ਸਮਝਾਈ, तो एक कड़ी जुड़ गई कृष्ण भगवान ने अर्जन ਨੂੰ ਤੇ ਅਰਜਨ ਨੂੰ ਆਪਣਾ ਚੇਲਾ ਸਮਝ ਕੇ ਭਗਵਤ ਦੁਬਾਰਾ ਰਿਪੀਟ ਕੀਤੀ ਹੈ। ਇਸੇ ਤਰ੍ਹਾਂ ਦਾ ਅਜਿਹਾ ਇੱਥੇ ਹੈ ਕਿ ਇਹ ਜੀਵ ਨੂੰ ਇੱਕ ਚਾਨਣਾ ਪਾਉਣ ਲਈ ਇਹ ਕਥਾ ਕਹੀ ਜਾ ਰਹੀ ਹੈ। तो अगले श्लोक में है कि सर्व धर्मां दे साईयां फिर जीव खुद ही खुद नाल पछताउंदा है। जीव खुद ही खुद नाल पछताउंदा है, मैं गलत तरीके नाल धन कमाया, कुटुंब कबीला ही पाल पाउंदा है। ऐ जीव की करते हैं, अपना कुटुंब कबीला ही पालते रहने, गलत तरीके नाल धन कमाते हैं। लेकिन दुर्गतां दा नाम दुर्गतां दा नाश करन वाली भगवती दी नहीं आराधना कीती है। ये ज्ञान प्राप्त करके अगर इस भगवती दी आराधना करते हो, लेकिन दुर्गता का नाश करने वाली भगवती दी नहीं आराधना कीती है, हुण अगर गर्भ तो छुटकारा मिल जाए तो भगवती ही कर लीती है। फिर करना पड़ता है, तौबा करता है कि अगर हुण इस गर्भ तो छुटकारा मिल जाए तो मैं इसे कुल मालिक साईं दी भगती ही करनी है। हुण सदा हित चित होके परमेश्वर दी भक्ति पूर्वक ही आराधना पूजा करनी है। पुत्र स्त्री दे मोह विच नहीं रहना, संसारिक कम्मां तो भी तौबा करनी है।